देखो लड़ाई जिहड़ी हैगी है जमीन पद्धर ते ये लोगों ने लड़नी हैगी आ। राजनीतिक पार्टियां तां अपनियां जे मैं राजनीति तो उपर उठ के गल करां वो सिर्फ सियासी रोटियां ही सेकणगे। यह केंद्र कोले अधिकार ही नहीं हैगा यह कानून बनाउण दा, और जे है नहीं तो फिर उन्होंने किस अधिकार नाल यह बना दिता हैगा। और देखो ये एक हमला नहीं होया, इस तो ये नाल होर बहुत सारे हमले पैरलर च हो रहे हैं और अगे होने ने, इस तो पहला भी हो चुके ने। ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਹੁਣ ਬੀਜੇਪੀ ਦੀ ਸਰਕਾਰ ਆ, ਉਹਨਾਂ ਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਨੇਗੇ। ਉਹ ਕੁਝ ਕੁ 5-7 ਪਰਿਵਾਰ ਹੈਗੇ ਨੇ, ਵੱਡੇ ਘਰਾਣੇ ਹੈਗੇ ਨੇ ਜਿਹੜੇ ਚਲਾ ਰਹੇ ਨੇ। ਉਹ ਆਪਣੇ ਫਾਇਦੇ ਦੀਆਂ ਜਿਹੜੀਆਂ ਹੁਣ ਨੀਤੀਆਂ ਨੇ ਜਿਹੜੀਆਂ ਸਰਕਾਰਾਂ ਤੋਂ ਬਣਵਾ ਰਹੀਆਂ ਨੇਗੀਆਂ, ਤੇ ਉਹ ਉਹਨਾਂ ਦੇ ਹੱਥ ਟੋਕੇ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਲੋਕ ਰੰਗ ਪੰਜਾਬੀ ਚੈਨਲ। ਮੈਂ ਗੁਲਾਬ ਸਿੰਘ। ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਵਿੱਚ ਮਾਹੌਲ ਗਰਮਾਇਆ ਹੋਇਆ। ਕਿਸਾਨਾਂ ਵੱਲੋਂ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪੰਜਾਬ ਦੀ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਐਂਟੀ ਬੀਜੇਪੀ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਅਤੇ ਕੇਂਦਰ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਰਾਜਨੀਤਿਕ ਮੁੱਦਿਆਂ ਬਾਰੇ ਗੱਲਬਾਤ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਜੀ ਕੋਲ। ਪਿਰਮਲ ਸਿੰਘ ਧੌਲਾ ਜੀ, ਸਵਾਗਤ ਹੈ ਜੀ ਤੁਹਾਡਾ ਲੋਕ ਰੰਗ ਪੰਜਾਬੀ ਚੈਨਲ 'ਤੇ ਜੀ। ਧੰਨਵਾਦ ਜੀ, ਬਹੁਤ ਬਹੁਤ। ਇਸ ਦੇ ਨਾਲ ਜਿਹੜੇ ਕੇਂਦਰੀ ਖੇਤੀਬਾੜੀ ਕਾਨੂੰਨ ਨੇ ਇਹਨਾਂ ਨੂੰ ਲੈ ਕੇ ਤੁਹਾਡੀ ਨਿੱਜੀ ਰਾਏ ਕੀ ਹੈ? देखो ਜਿਹੜੇ ਕੇਂਦਰ ਵੱਲੋਂ 3 ਜਿਹੜੇ ਖੇਤੀ ਵਿਰੋਧੀ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਪਾਸ ਕਰਕੇ ਬਿੱਲ ਬਣਾਏ ਗਏ ਨੇਗੇ। ਸੋ ਇਹਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦੇ ਜਿਹੜੇ ਹੈਗੇ ਨੇ ਉਹ ਹੱਕ ਹਕੂਕ ਨੇ ਜਿਹੜੇ ਉਹ ਖੋਹੇ ਗਏ ਨੇਗੇ। ਚਾਹੇ ਉਹ ਫਸਲਾਂ ਦੇ ਜਿਹੜੇ ਸਮਰਥਨ ਮੁੱਲ ਹੋਣ, ਠੀਕ ਹੈ ਨਾ, ਉਹ ਇਹਦੇ 'ਚ ਮੈਂਸ਼ਨ ਨਹੀਂ ਕੀਤਾ ਗਿਆ ਕਿ ਜਿਹੜੀਆਂ ਸਰਕਾਰੀ ਜਾਂ ਪ੍ਰਾਈਵੇਟ ਖਰੀਦ ਏਜੰਸੀਆਂ ਹੋਣਗੀਆਂ ਉਹ ਮਿਨੀਮਮ ਜੋ MSP ਹੈਗੀ ਆ ਉਹਦੇ 'ਤੇ ਉਹ ਖਰੀਦਣਗੇ। ਇਹ ਉਹਦੇ 'ਚ ਕੁਝ ਕਲੀਅਰ ਨਹੀਂ ਕੀਤਾ ਗਿਆ ਹੈਗਾ, ਇਸੇ ਕਰਕੇ ਕਿਸਾਨਾਂ ਦੇ ਵਿੱਚ ਰੋਸ ਹੈ। ਔਰ ਦੂਸਰਾ ਇਹਦੇ ਵਿੱਚ ਹੈਗਾ ਕਿ ਜਦੋਂ MSP ਨਹੀਂ ਹੋਊਗੀ ਤਾਂ ਫਿਰ ਉਹ ਕਿਸਾਨਾਂ ਨੂੰ ਇਸ ਲਈ ਮਜਬੂਰ ਕੀਤਾ ਜਾਊਗਾ ਕਿ ਵੀ ਉਹ ਜਿਹੜੀਆਂ ਵੱਡੀਆਂ ਕਾਰਪੋਰੇਟ ਜਿਹੜੀਆਂ ਕੰਪਨੀਆਂ ਹੋਣਗੀਆਂ ਉਹਨਾਂ ਨੂੰ ਉਹ ਜ਼ਮੀਨਾਂ ਨੇ ਜਿਹੜੀਆਂ ਉਹ ਲੀਜ਼ 'ਤੇ ਜਾਂ ਠੇਕੇ 'ਤੇ, ਜਿਵੇਂ ਹੁਣ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਠੇਕੇ ਦਿੱਤੇ ਹਨ, ਇਸੇ ਤਰ੍ਹਾਂ ਉਹ ਕੰਪਨੀਆਂ ਠੇਕੇ 'ਤੇ ਲਿਆ ਕਰਨਗੀਆਂ। ਕੰਟਰੈਕਟ ਫਾਰਮਿੰਗ ਨੂੰ ਜਿਹੜਾ ਉਹ ਰਾਹ ਬਣਾਇਆ ਇਹਨਾਂ ਨੇ ਇਹ, ਅਤੇ ਉਹਦੇ ਨਾਲ ਜਿਹੜਾ ਹੈਗਾ ਕਿ ਕਿਸਾਨ ਨੂੰ ਜਿਹੜਾ ਜ਼ਮੀਨ ਦੇ ਉੱਤੋਂ ਲਾਂਭੇ ਕਰ ਦਿੱਤਾ ਜਾਊਗਾ, ਅਤੇ ਉਹ ਜਿਹੜਾ ਹੈਗਾ ਉਹ ਲੀਜ਼ ਲਈ ਜ਼ਮੀਨ ਦੇ ਉੱਤੇ ਜਾਂ ਉਹ ਕੰਟਰੈਕਟ ਕੀਤੀ ਜ਼ਮੀਨ ਦੇ ਉੱਤੇ ਉਹ ਲੋਨ ਵੀ ਲੈ ਸਕਣਗੇ, ਅਤੇ ਇੱਕ ਤਰ੍ਹਾਂ ਦੇ ਮਤਲਬ ਵਿੰਗੇ ਟੇਢੇ ਤਰੀਕੇ ਨਾਲ ਉਹ ਮਾਲਕ ਬਣ ਜਾਣਗੇ, ਅਤੇ ਕਿਸਾਨ ਜਿਹੜਾ ਹੈਗਾ ਉਹ ਉੱਥੇ ਲੇਬਰ ਬਣ ਕੇ ਜਿਹੜਾ ਉਹ ਕੰਮ ਕਰੂਗਾ। MSP ਬੜੀ ਗੁੰਝਲਦਾਰ ਬਣੀ ਹੋਈ ਹੈ। MSP ਦਾ ਜੋ ਮੁੱਦਾ ਹੈ ਇਹਦੇ 'ਤੇ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ MSP ਖਤਮ ਨਹੀਂ ਕਰਨ ਜਾ ਰਹੇ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਿਰੋਧੀ ਧਿਰਾਂ ਵੱਲੋਂ। ਨਹੀਂ, ਉਹਦੇ 'ਚ ਮੈਂਸ਼ਨ ਕਰਨ ਨਾ, ਉਹ ਜਿਹੜੇ ਬਿੱਲ ਬਣਾਇਆ ਪਾਸ ਕੀਤਾ ਹੈਗਾ ਉਹਦੇ 'ਚ ਮੈਂਸ਼ਨ ਕਰਨ ਕਿ MSP ਮਿਨੀਮਮ ਜਿਹੜੀ ਹੈਗੀ ਆ ਪ੍ਰਾਈਜ਼ ਹੋਊਗੀ, ਔਰ ਇਹਦੇ 'ਤੇ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਏਜੰਸੀ ਇਸ ਤੋਂ ਘੱਟ ਜੇ ਖਰੀਦੂਗੀ ਤਾਂ ਉਹਦੇ 'ਤੇ ਕਾਨੂੰਨੀ ਕਾਰਵਾਈ ਹੋਊਗੀ। ਉਹਦੇ 'ਤੇ ਮੈਂਸ਼ਨ ਕਰਨ, ਪਰ ਕਿਤੇ ਵੀ ਉਹਦੇ 'ਤੇ ਇਹ ਮੈਂਸ਼ਨ ਨਹੀਂ ਕੀਤਾ ਹੋਇਆ ਹੈਗਾ। ਸਿਰਫ ਇਹੀ ਮੰਗ ਕਰ ਰਹੇ ਹੈਗੇ ਕਿਸਾਨ। ਔਰ ਮੈਂ ਦੂਸਰੀ ਗੱਲ ਇਹ ਵੀ ਕਹਿਣਾ ਕਿ ਕੁਝ ਫਸਲਾਂ 'ਤੇ MSP ਹੈ ਪਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ। ਨਾਲ ਇਹਦੇ ਨਾਲ ਸਰਕਾਰ ਉਹਦੇ 'ਚ ਮੈਂਸ਼ਨ ਵੀ ਕਰੇ ਔਰ ਯਕੀਨੀ ਵੀ ਬਣਾਵੇ। ਜਿਵੇਂ ਹੁਣ ਮੱਕੀ ਹੈ, ਮੱਕੀ ਦੀ MSP ਜਿਹੜੀ ਹੈਗੀ ਉਹ 1700-1800 ਰੁਪਏ ਹੈਗੀ, ਪਰ ਵਿਕ ਰਹੀ ਹੈਗੀ ਉਹ 800 ਨੂੰ, 1000 ਨੂੰ, 1100 ਨੂੰ, ਅਤੇ ਮਤਲਬ MSP ਹੋਣ ਦੇ ਬਾਵਜੂਦ ਵੀ ਉਹ ਰੇਟ ਨਹੀਂ ਮਿਲ ਰਿਹਾ ਹੈਗਾ। ਇਕੱਲਾ ਮੈਂਸ਼ਨ ਨਹੀਂ ਕਰਨਾ, ਉਹਨੂੰ ਯਕੀਨੀ ਵੀ ਬਣਾਇਆ ਜਾਵੇ ਕਿ ਵੀ ਉਹਨਾਂ ਦੀ ਖਰੀਦ ਹੈ ਜਿਹੜੀ ਉਹ ਉਹਦੇ 'ਤੇ MSP 'ਤੇ ਹੋਵੇ। ਜੀ, ਇਹ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਤਾਂ ਪ੍ਰਦਰਸ਼ਨ ਕੀਤੇ ਹੀ ਜਾ ਰਹੇ ਨੇ। ਰਾਜਸੀ ਆਗੂ ਹੋਣ ਦੇ ਨਾਤੇ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਜੋ ਇਹਦੇ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਜੋ ਐਂਟੀ BJP ਨੇ, ਉਹਨਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਦੇਖੋ ਲੜਾਈ ਜਿਹੜੀ ਹੈਗੀ ਹੈ ਇਹ ਜ਼ਮੀਨ ਪੱਧਰ 'ਤੇ ਇਹ ਲੋਕਾਂ ਨੇ ਲੜਨੀ ਹੈਗੀ ਆ। ਰਾਜਨੀਤਿਕ ਪਾਰਟੀਆਂ ਤਾਂ ਆਪਣੀਆਂ, ਜੇ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਾਂ, ਉਹ ਸਿਰਫ ਸਿਆਸੀ ਰੋਟੀਆਂ ਹੀ ਸੇਕਣਗੇ। ਸੋ ਇੱਥੇ ਚਾਹੀਦਾ ਹੈਗਾ ਕਿ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਵਰਕਰਾਂ ਨੂੰ, ਆਪਣੇ ਜਿਹੜੇ ਵਰਕਰ ਨੇ, ਪਾਰਟੀ ਵਰਕਰ ਨੇ, ਉਹਨਾਂ ਨੂੰ ਕਹਿਣ ਕਿ ਵੀ ਉਹ ਬਿਨਾਂ ਕੋਈ ਪਾਰਟੀ ਦਾ ਝੰਡਾ ਲਗਾਏ ਕਿਸਾਨਾਂ ਦੀ ਚਲਾਈ ਹੋਈ ਜਿਹੜੀ ਮੁਹਿੰਮ ਹੈਗੀ ਆ, ਜੋ ਸੰਘਰਸ਼ ਹੈਗਾ, ਉਹਦੇ ਵਿੱਚ ਸ਼ਮੂਲੀਅਤ ਕਰਨ, ਉਹਨੂੰ ਬਲ ਬਖਸ਼ਣ। ਉੱਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਦੇ ਜਥੇਬੰਦੀਆਂ
ਔਰ ਸਾਥ ਦੇਣ। ਔਰ ਦੂਸਰਾ ਹੈਗਾ ਕਿ ਵੀ ਮੈਂ ਜਿਹੜਾ ਸਾਡੀ ਜ਼ਿੰਮੇਵਾਰੀ ਬਣਦੀ ਹੈ, ਦੇਖੋ ਸਾਡੀ ਜ਼ਿੰਮੇਵਾਰੀ ਬਣਦੀ ਹੈ, ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਇੱਕ ਸੰਵਿਧਾਨਕ ਅਧਿਕਾਰ ਦਿੱਤਾ ਹੋਇਆ ਕਿ ਵੀ ਅਸੀਂ ਜਿਹੜੇ ਲੋਕਾਂ ਦੇ ਹਿੱਤ 'ਚ ਕਾਨੂੰਨ ਬਣਨੇ ਚਾਹੀਦੇ ਨੇ ਉਹ ਕਾਨੂੰਨ ਬਣਾਈਏ। ਵਿਧਾਨ ਸਭਾ ਦੇ 'ਚ MLA ਦਾ ਇਹ ਹੁੰਦਾ ਹੈਗਾ ਕਿ ਵੀ ਵਿਧਾਨ ਸਭਾ ਦੇ ਵਿੱਚ ਜਿਹੜਾ ਲੋਕਾਂ ਦੇ ਹਿੱਤ ਦੇ ਕਾਨੂੰਨ ਨੇ ਉਹ ਕਾਨੂੰਨ ਬਣਨ, ਜਿਹੜੇ ਕਾਨੂੰਨ ਦੇ ਨਾਲ ਲੋਕਾਂ ਨੂੰ ਨੁਕਸਾਨ ਹੋ ਰਿਹਾ ਗਾ ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕੇ ਜਾਂ ਉਹ ਕਾਨੂੰਨ ਨੂੰ ਖਤਮ ਕੀਤਾ ਜਾ ਸਕੇ। ਇਹ ਪਾਵਰ ਸਾਨੂੰ ਲੋਕਾਂ ਨੇ ਦਿੱਤੀ ਹੋਈ ਆ। ਔਰ ਹੁਣ ਬਣਦਾ ਹੈ ਕਿਉਂਕਿ ਇਹ ਜਿਹੜਾ ਕਾਨੂੰਨ ਆ ਖੇਤੀ ਆਰਡੀਨੈਂਸ ਹੈਗੇ ਨੇ ਜਿਹੜੇ ਇਹ ਕਾਨੂੰਨ ਬਣ ਚੁੱਕੇ ਨੇ, ਹੁਣ ਇਹ ਪਾਸ ਕਰੇ ਹੋਏ ਨੇ ਸੈਂਟਰ ਸਰਕਾਰ ਨੇ, ਠੀਕ ਹੈ ਨਾ। ਔਰ ਇਹ ਹੁਣ ਕਿਉਂਕਿ ਖੇਤੀ ਜਿਹੜੀ ਹੈਗੀ ਆ ਉਹ ਮਤਲਬ ਸਾਰੇ ਪੂਰੇ ਦੇਸ਼ 'ਚ ਨਹੀਂ ਨਾ ਹੈਗੀ, ਉਹ ਕੁਛ ਸਟੇਟਾਂ ਨੇ ਜਿੱਥੇ ਖੇਤੀ ਹੁੰਦੀ ਆ। ਸੋ ਇਸ ਕਰਕੇ ਇਹ ਸੈਂਟਰ ਸਰਕਾਰ ਜਿੱਥੋਂ ਤੱਕ ਮੇਰੀ ਨੌਲੇਜ ਹੈਗੀ ਆ ਜਾਂ ਮੈਂ ਪੜ੍ਹਿਆ ਜਾਂ ਸੁਣਿਆ ਹੈਗਾ ਗਾ ਕਿ ਵੀ ਇਹ ਕੇਂਦਰ ਕੋਲੇ ਅਧਿਕਾਰ ਹੀ ਨਹੀਂ ਹੈਗਾ ਇਹ ਕਾਨੂੰਨ ਬਣਾਉਣ ਦਾ। ਔਰ ਜੇ ਹੈ ਨਹੀਂ ਤਾਂ ਫਿਰ ਉਹਨਾਂ ਨੇ ਕਿਸ ਅਧਿਕਾਰ ਨਾਲ ਇਹ ਬਣਾ ਦਿੱਤਾ ਹੈਗਾ। ਔਰ ਜੇ ਬਣਾ ਦਿੱਤਾ ਗਾ ਤਾਂ ਉਹਦੇ 'ਚ ਹੁਣ ਜਿਹੜੀ ਸਟੇਟ ਸਰਕਾਰ ਆ ਗਈ, ਸਟੇਟ ਗੌਰਮੈਂਟ ਆ ਗਈ, ਉਹ ਕੀ ਕਰ ਸਕਦੀ ਆ, ਠੀਕ ਹੈ ਨਾ। ਉਹ ਸਾਨੂੰ ਅਧਿਕਾਰ ਦਿੱਤਾ ਹੋਇਆ ਜਿਹੜਾ ਹੈਗਾ ਉਹ ਸਰਕਾਰ ਸੈਸ਼ਨ ਬੁਲਾਵੇ, ਸੈਸ਼ਨ ਦੇ ਵਿੱਚ ਇਸ ਕਾਨੂੰਨ ਦੇ ਉੱਤੇ ਬਹਿਸ ਹੋਵੇ, ਬਹਿਸ ਤੋਂ ਬਾਅਦ ਜਿਹੜਾ ਵੀ ਕੋਈ ਜੇ ਇਹਨੂੰ ਰੱਦ ਕਰਨਾ ਬਣਦਾ ਹੈਗਾ ਤਾਂ ਇਹਨੂੰ ਰੱਦ ਕਰੇ। ਪਹਿਲੀ ਗੱਲ ਤਾਂ ਰੱਦ ਹੋਣਾ ਚਾਹੀਦਾ ਜਦੋਂ ਲੋਕਾਂ ਦੀ ਮੰਗ ਆ। ਸਰਕਾਰਾਂ ਨੇ ਜਿਹੜੀਆਂ ਉਹ ਲੋਕਾਂ ਦੀਆਂ ਮੰਗਾਂ, ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਬਣਦੀਆਂ ਨੇ। ਜੇ ਬਹੁ ਗਿਣਤੀ ਲੋਕ ਨਹੀਂ ਚਾਹੁੰਦੇ ਹੈਗੇ ਕਿ ਵੀ ਇਹ ਕਾਨੂੰਨ ਸਾਡੇ ਤੇ ਲਾਗੂ ਹੋਵੇ ਤਾਂ ਇਹਨੂੰ ਵਿਧਾਨ ਸਭਾ ਸੈਸ਼ਨ ਸੱਦ ਕੇ ਬੁਲਾ ਕੇ ਇਹਨੂੰ ਰੱਦ ਕਰਨ ਦੇਣਾ ਚਾਹੀਦਾ। ਡਿਮਾਂਡ ਉੱਠ ਰਹੀ ਹੈਗੀ ਆ ਪਬਲਿਕ। ਅਸੀਂ ਵੀ ਅੱਜ ਤੋਂ ਤਕਰੀਬਨ 10-15 ਦਿਨ ਪਹਿਲਾਂ ਅਸੀਂ ਵੀ ਮੇਰੇ ਨਾਲ ਸੁਖਪਾਲ ਸਿੰਘ ਖਹਿਰਾ ਜੀ ਸੀਗੇ, ਜਗਦੇਵ ਕਮਾਲੂ ਜੀ ਸੀਗੇ, ਅਸੀਂ ਕੰਵਰ ਸੰਧੂ ਜੀ ਸੀਗੇ, ਅਸੀਂ ਸਾਰਿਆਂ ਨੇ ਮੰਗ ਕੀਤੀ ਸੀ ਕਿ ਵੀ ਸਰਕਾਰ ਫੌਰੀ ਤੌਰ ਤੇ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਨਾ ਕੇਵਲ ਇਹਨਾਂ ਕਾਨੂੰਨ ਨੂੰ ਰੱਦ ਕਰੇ ਔਰ ਨਾਲ ਇਹ ਵੀ ਕਾਨੂੰਨ ਪਾਸ ਕਰੇ ਕਿ ਵੀ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੇ ਵਸਿੰਦੇ ਨੇ ਜਿਹੜੇ ਹਿਮਾਚਲ 'ਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ, ਰਾਜਸਥਾਨ ਜਾਂ ਹਰਿਆਣੇ ਉੱਧਰ ਜ਼ਮੀਨਾਂ ਨਹੀਂ ਲੈ ਸਕਦੇ, ਤਾਂ ਫਿਰ ਪੰਜਾਬ ਦੇ ਵਿੱਚ ਹੀ ਕਿਉਂ ਜਿੱਥੋਂ ਮਰਜ਼ੀ ਉੱਠ ਕੇ ਆ ਕੇ ਦੇਸ਼ ਦੇ ਵਿੱਚੋਂ ਆ ਕੇ ਜ਼ਮੀਨ ਲੈ ਸਕਦਾ। ਉਰੇ ਸਟੇਟ ਗੌਰਮੈਂਟ ਕਿਉਂ ਨਹੀਂ ਇਹਦੇ 'ਤੇ ਬੈਨ ਲਾਉਂਦੀ ਹੈਗੀ। ਸਟੇਟ ਗੌਰਮੈਂਟ ਨੂੰ ਵੀ ਇਹਦੇ ਜਿੱਥੇ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਪਾਸ ਕਰੇ ਮਤਾ, ਉੱਥੇ ਜਿਹੜਾ ਇਹ ਮਤਾ ਵੀ ਪਾਸ ਕੀਤਾ ਜਾਵੇ, ਕਾਨੂੰਨ ਪਾਸ ਕੀਤਾ ਜਾਵੇ ਕਿ ਵੀ ਇੱਥੇ ਕੋਈ ਬਾਹਰੀ ਆਦਮੀ ਆ ਕੇ ਇੱਥੇ ਜ਼ਮੀਨ ਜਿਹੜਾ ਉਹ ਨਹੀਂ ਖਰੀਦ ਸਕਦਾ ਹੈਗਾ। ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਕਰਨ ਦੀ ਗੱਲ ਕਹੀ ਜਾ ਰਹੀ ਹੈ, ਉਹ ਕਿੱਥੋਂ ਤੱਕ ਜਾਇਜ਼ ਆ ਵੀ ਉਹ ਮਤਾ ਪਾਸ ਹੋ ਸਕਦਾ, ਜਾਂ ਜੇ ਉਹ ਮਤਾ ਪਾਸ ਹੁੰਦਾ ਹੈ ਤੇ ਉਹਦੇ ਨਾਲ ਕੀ ਫਰਕ ਪਵੇਗਾ? ਦੇਖੋ ਗੌਰਮੈਂਟ ਕੋਲੇ ਅਧਿਕਾਰ ਹੈਗਾ ਕਿ ਵੀ ਉਹ ਜੇ ਕੋਈ ਕਿਸੇ ਕਾਨੂੰਨ ਦੇ ਨਾਲ ਉਸ ਸਟੇਟ ਨੂੰ ਸੈਂਟਰ ਦੇ ਕਾਨੂੰਨ ਦੇ ਨਾਲ ਉਸ ਸਟੇਟ ਨੂੰ ਨੁਕਸਾਨ ਪਹੁੰਚਦਾ ਗਾ ਤਾਂ ਉਹਨੂੰ ਰੱਦ ਕਰ ਸਕਦੀ ਹੈਗੀ ਆ। ਉਹਦੇ ਲਈ ਅਧਿਕਾਰ ਹੈਗਾ ਗਾ ਕਿਉਂਕਿ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਬਹੁਤ ਸਾਰੇ ਕਾਨੂੰਨ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਈ ਸਟੇਟਾਂ ਦੇ ਵਿੱਚ ਉਹ ਲਾਗੂ ਨਹੀਂ ਹੈਗੇ, ਦੂਜੀਆਂ ਸਟੇਟਾਂ ਦੇ ਵਿੱਚ ਹੈਗੇ ਨੇ। ਉਸੇ ਤਰ੍ਹਾਂ ਇਹ ਵੀ ਕਿਉਂਕਿ ਜਿਹੜਾ ਪੰਜਾਬ ਆ ਉਹ ਮਤਲਬ ਖੇਤੀ ਆਧਾਰਿਤ ਸੂਬਾ ਹੈਗਾ, ਠੀਕ ਹੈ ਨਾ। ਇੱਥੇ 90% ਲੋਕ ਨੇ ਜਿਹੜੇ ਉਹ ਖੇਤੀ ਤੇ ਜਿਉਂਦੇ ਹੈਗੇ ਨੇ, ਆਪਦਾ ਗੁਜ਼ਰ ਬਸਰ ਕਰਦੇ ਹੈਗੇ ਨੇ, ਠੀਕ ਹੈ ਨਾ। ਸੋ ਇਸ ਕਰਕੇ ਜੇ ਇਹਦੇ ਨਾਲ ਨੁਕਸਾਨ ਜਿਹੜਾ ਪਹੁੰਚਦਾ ਹੈਗਾ ਤਾਂ ਇਹਨੂੰ ਰੱਦ ਕਰਨ ਦੇ ਵਿੱਚ ਸਰਕਾਰ ਨੂੰ ਕੋਈ ਹਿਚਕਿਚਾਹਟ ਨਹੀਂ ਚਾਹੀਦੀ। ਇਹਦੇ ਫੌਰੀ ਤੌਰ ਤੇ ਸੈਸ਼ਨ ਸੱਦ ਕੇ ਇਹਨੂੰ ਰੱਦ ਕਰਨਾ ਚਾਹੀਦਾ ਔਰ ਨਾਲ ਇਹ ਵੀ ਕਰਨਾ ਚਾਹੀਦਾ ਕਿ ਕੋਈ ਬਾਹਰੀ ਆ ਕੇ ਇੱਥੇ ਜ਼ਮੀਨ ਨਾ ਖਰੀਦ ਸਕੇ, ਕਿਉਂਕਿ ਜਦੋਂ ਇੱਥੇ ਕੋਈ ਮਨਜ਼ੂਰੀ ਨਹੀਂ ਹੋਊਗੀ ਤਾਂ ਫਿਰ ਉਹ ਆ ਕੇ ਇੱਥੇ ਕਿਵੇਂ ਸਾਡੀਆਂ ਜ਼ਮੀਨਾਂ ਤੇ ਕਾਬਜ਼ ਹੋ ਜਾਣਗੇ, ਠੀਕ ਹੈ ਨਾ। ਜੋ ਖਰੀਦ ਪ੍ਰਕਿਰਿਆ ਹੁੰਦੀ ਆ, ਜੋ ਫਸਲਾਂ ਦੇ ਮੁੱਲ ਦੇਣੇ ਹੁੰਦੇ ਨੇ, ਉਹ ਸੂਬਾ ਸਰਕਾਰ ਸੈਂਟਰ ਸਰਕਾਰ ਤੋਂ ਲੈਂਦੀ ਆ ਜੀ। ਜੇ ਇਹ ਉਹਨਾਂ ਦੇ ਖਿਲਾਫ ਮਤਾ ਪਾਸ ਕਰਦੀ ਆ, ਪੰਜਾਬ ਵਿਧਾਨ ਸਭਾ ਦੇ ਵਿੱਚੋਂ ਮਤਾ ਪਾਸ ਹੁੰਦਾ ਤਾਂ ਹੋ ਸਕਦਾ ਵੀ ਉਹ ਵੀ ਕੇਂਦਰ ਵੀ ਆਪਣੇ ਪੈਰ ਪਿੱਛੇ ਖਿੱਚ ਲੇ। ਤਾਂ ਇਹਦੇ ਮਤਾ ਪਾਸ ਕਰਨ ਦੇ ਨਾਲ ਲਾਭ ਜ਼ਿਆਦਾ ਨੇ ਜਾਂ ਹਾਨੀਆਂ ਜ਼ਿਆਦਾ ਹੋਣਗੀਆਂ? ਦੇਖੋ ਜਿੱਥੇ ਲਾਭ ਹੋਣੇ ਨੇ ਉੱਥੇ ਹਾਨੀ ਵੀ ਹੋਣੀ ਆ, ਪਰ ਅਸੀਂ ਸਟੇਟ ਗੌਰਮੈਂਟ ਨੇ ਦੇਖਣਾ ਹੁੰਦਾ ਕਿ ਸਾਡੇ ਸੂਬੇ ਦੇ ਲੋਕਾਂ ਨੂੰ ਉਹਦਾ ਮਤਲਬ ਗੌਰਮੈਂਟ ਨੂੰ ਜ਼ਰੂਰ ਉਹਦਾ ਨੁਕਸਾਨ ਹੋ ਸਕਦਾ, ਪਰ ਕੀ ਸਾਡੇ ਲੋਕਾਂ ਨੂੰ ਉਹਦਾ ਫਾਇਦਾ ਹੋ ਸਕਦਾ। ਜੇ ਲੋਕਾਂ ਨੂੰ ਫਾਇਦਾ ਹੁੰਦਾ ਤਾਂ ਗੌਰਮੈਂਟ ਨੂੰ ਨੁਕਸਾਨ ਝੱਲਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਗੌਰਮੈਂਟ ਜਿਹੜੀ ਸਰਕਾਰਾਂ ਜਿਹੜੀਆਂ ਬਣਦੀਆਂ ਨੇ ਉਹ ਲੋਕਾਂ ਦੇ ਹਿੱਤਾਂ ਦੀ ਬਣਦੀਆਂ ਨੇ, ਠੀਕ ਹੈ ਨਾ। ਔਰ ਜਦੋਂ ਸਾਡੇ ਨਾਲ ਦਾ ਸੂਬਾ ਸਾਡਾ ਗਵਾਂਢੀ ਸੂਬਾ ਹਰਿਆਣਾ, ਜਦੋਂ ਉਹ MSP ਦੇ ਸਕਦਾ ਹੈਗਾ ਦੂਜੀਆਂ ਫਸਲਾਂ ਤੇ, ਜੀਰੀ ਕਣਕ ਨੂੰ ਛੱਡ ਕੇ ਦੂਜੀਆਂ ਫਸਲਾਂ ਤੇ ਆਲੂ ਪਿਆਜ਼ ਦੇ ਉੱਤੇ ਉਹ MSP ਦੇ ਰਿਹਾ ਹੈਗਾ, ਤਾਂ ਫਿਰ ਸਾਡੀ ਸਟੇਟ ਗੌਰਮੈਂਟ ਕਿਉਂ ਨਹੀਂ ਦੇ ਸਕਦੀ? ਇਹਨੂੰ ਵੀ ਦੇਣਾ ਚਾਹੀਦਾ, ਠੀਕ ਹੈ ਨਾ। ਆਪਣੇ ਜਿਹੜੀ ਮਤਲਬ
ਜਿਹੜੀ ਹੋ ਰਹੀ ਹੈਗੀ ਮਾਈਨਿੰਗ ਦੇ ਵਿੱਚ ਘਪਲੇਬਾਜ਼ੀ ਹੋ ਰਹੀ ਆ, ਲੀਕਰ ਦੇ ਵਿੱਚ ਘਪਲੇਬਾਜ਼ੀ ਹੋ ਰਹੀ ਆ, ਉਹਨਾਂ ਨੂੰ ਦਰੁਸਤ ਕਰਕੇ ਉਹਦੇ 'ਚੋਂ ਕਮਾਈ ਵਧਾ ਕੇ ਲੋਕਾਂ ਨੂੰ ਉਹ ਦੇਣ, ਸਹੂਲਤਾਂ ਦੇਣ, ਰੁਜ਼ਗਾਰ ਪੈਦਾ ਕਰਨ, ਤਾਂ ਕਿ ਲੋਕ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ। ਉਹਨਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ, ਚਾਹੇ ਉਹ ਫਸਲਾਂ ਨੇ ਜਾਂ ਹੋਰ ਜਿਹੜੇ ਹੱਥੀਂ ਨੇ, ਸਾਡੀਆਂ ਮੰਡੀਆਂ ਖਤਮ ਹੋ ਗਈਆਂ, ਮੰਡੀ ਗੋਬਿੰਦਗੜ੍ਹ ਖਤਮ ਹੋ ਗਈ, ਖੰਨਾ ਖਤਮ ਹੋਣ ਦੇ ਆ, ਲੁਧਿਆਣਾ ਜਿਹੜਾ ਖੁਰਦਾ ਜਾਂਦਾ ਗਾ, ਕਿਉਂਕਿ ਮਹਿੰਗੀ ਬਿਜਲੀ ਮਿਲਦੀ ਆ, ਮਾਰਕੀਟਿੰਗ ਉਨੀ ਹੋ ਨਹੀਂ ਰਹੀ, ਗੌਰਮੈਂਟ ਦੀ ਸਾਰੀ ਰਿਸਪੌਂਸਿਬਿਲਟੀ ਬਣਦੀ ਆ। ਹਰੇਕ ਚੀਜ਼ ਦਾ ਜਿਹੜਾ ਉਹ ਇੱਕ ਮੁੱਲ ਤੈਅ ਹੋਣਾ ਚਾਹੀਦਾ, ਤਾਂ ਕਿ ਉਹ ਉਹਨਾਂ ਦਾ ਕਾਰੋਬਾਰ ਆ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਚੱਲ ਸਕੇ। ਜੀ, ਇਹ 'ਚੋਂ ਸਿੱਟਾ ਇਹ ਨਿਕਲਦੇ ਵੀ ਜੇ ਕੇਂਦਰ ਸਰਕਾਰ ਕਿਸਾਨਾਂ ਦੀ ਨਹੀਂ ਸੁਣਦੀ ਤਾਂ ਪੰਜਾਬ ਸਰਕਾਰ ਕੋਲ ਇੱਕ ਆਖਰੀ ਹਥਿਆਰ ਹੈ ਜੋ ਮਤਾ ਪਾਸ ਕਰਕੇ ਇਹਨਾਂ ਤੋਂ ਬਚਿਆ ਜਾ ਸਕਦਾ। ਬਿਲਕੁਲ, ਬਿਲਕੁਲ ਕਿਤੇ ਨਾ ਕਿਤੇ ਸਰਕਾਰ ਨੂੰ, ਸੈਂਟਰ ਦੀ ਸਰਕਾਰ ਨੂੰ ਵੀ ਇਹ ਸੁਨੇਹਾ ਦਿੱਤਾ ਜਾ ਸਕਦਾ ਕਿ ਵੀ ਅਸੀਂ ਆਪਣੇ ਲੋਕਾਂ ਦੇ ਪ੍ਰਤੀ ਸੰਜੀਦਾ ਹੈਗੇ ਹਾਂ, ਅਸੀਂ ਲੋਕਾਂ ਦੇ ਹੱਕ ਹਕੂਕਾਂ ਦੇ ਲਈ ਆਪਣੇ ਜਿਹੜੇ ਅਧਿਕਾਰ ਨੇ ਜਿਹੜੇ ਉਹ ਵਰਤੋਂ ਕਰਾਂਗੇ। ਪਰ ਇਹਦੇ ਨਾਲ ਇਹ ਵੀ ਦੇਖਣ ਵਾਲਾ ਨਾ, ਕਿਉਂਕਿ ਦੇਖੋ ਇਹ ਇੱਕ ਹਮਲਾ ਨਹੀਂ ਹੋਇਆ, ਇਸ ਤੋਂ ਇਹਦੇ ਨਾਲ ਹੋਰ ਬਹੁਤ ਸਾਰੇ ਹਮਲੇ ਪੈਰਲਰ 'ਚ ਹੋ ਰਹੇ ਨੇ ਔਰ ਅੱਗੇ ਹੋਣੇ ਨੇ, ਇਸ ਤੋਂ ਪਹਿਲਾਂ ਵੀ ਹੋ ਚੁੱਕੇ ਨੇਗੇ। ਸਾਡੇ ਪਾਣੀ ਨੇ ਸਾਡੇ ਤੋਂ ਖੋਹ ਲਏ ਗਏ ਹੈਗੇ ਨੇਗੇ, ਠੀਕ ਹੈ ਨਾ। ਉਹਦਾ ਕਾਰਨ ਕੀ ਆ? ਕਾਰਨ ਇਹ ਆ ਕਿ ਸੈਂਟਰ ਦੀ ਸਰਕਾਰ ਨੇ ਸਟੇਟਾਂ ਦੀਆਂ, ਸੂਬਿਆਂ ਦੇ ਅਧਿਕਾਰ ਨੇ ਜਿਹੜੇ ਉਹ ਖੋਹ ਲਏ ਨੇ, ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਹੈਗਾ। ਉਹ ਸਾਰੀਆਂ ਤਾਕਤਾਂ, ਸਾਰੇ ਪਾਵਰਾਂ ਨੇ ਜਿਹੜੀਆਂ ਉਹ ਸੈਂਟਰ ਰੱਖੀ ਬੈਠਾ ਹੈਗਾ। ਤੇ ਜਦੋਂ ਸਾਡੇ ਜਿਹੜੇ ਸੋਰਸ ਨੇ, ਇਨਕਮ ਸੋਰਸ ਨੇਗੇ, ਤੇ ਉਹ ਸੈਂਟਰ ਨੇ ਹੁਣ GST ਦੇ ਨਾਲ ਸਾਰਾ ਸਾਡਾ ਮਾਲੀਆ ਲੈ ਜਾਂਦਾ, ਤੇ ਸਾਡੀ ਸੂਬਾ ਸਰਕਾਰ ਜਿਹੜੀ ਹੱਥ ਅੱਡ ਕੇ ਕੇਂਦਰ ਮੂਹਰੇ ਖੜੀ ਆ ਕਿ ਵੀ ਸਾਨੂੰ ਦਿਓ, ਸਾਡਾ ਜਿਹੜਾ GST 'ਚੋਂ ਬਣਦਾ ਹਿੱਸਾ ਸਾਡਾ ਉਹ ਦਿਓ। ਠੀਕ ਹੈ ਨਾ। ਉਹ 60-70 ਹਜ਼ਾਰ ਕਰੋੜ ਰੁਪਈਆ ਜਿਹੜਾ ਹੈਗਾ ਖੜਾ ਹੈਗਾ ਕੇਂਦਰ ਕਨੀ, ਅਸੀਂ ਉਹਨਾਂ ਦੇ ਭਿਖਾਰੀ ਬਣ ਕੇ ਉਹਨਾਂ ਦੇ ਕਿੱਥੇ ਉਹ ਜਿਹੜਾ ਹੈਗਾ ਇੱਥੋਂ ਹੀ ਗੌਰਮੈਂਟ ਦੇ ਖਜ਼ਾਨੇ 'ਚ ਜਾਵੇ ਸਿੱਧਾ। ਜਿਹੜਾ ਕੋਈ ਹਿੱਸਾ ਸੈਂਟਰ ਦਾ ਬਣਦਾ ਉਹ ਸੈਂਟਰ ਨੂੰ ਜਾਵੇ, ਜਿਹੜਾ ਕੋਈ ਸਟੇਟ ਦਾ ਬਣਦਾ ਉਹ ਸਟੇਟ ਨੂੰ ਜਾਵੇ। ਪਰ ਅਸੀਂ ਆਪਦੇ ਹੱਥ ਵੰਡਾ ਚੁੱਕਿਆਂਗੇ। ਇਹ ਕੰਵਰ ਸੰਧੂ ਜੀ ਨੇ ਵਿਧਾਨ ਸਭਾ ਦੇ ਵਿੱਚ, ਜਦੋਂ ਇਹ GST ਲਾਗੂ ਹੋਇਆ, ਕੰਵਰ ਸੰਧੂ ਜੀ ਨੇ ਵਿਧਾਨ ਸਭਾ 'ਚ ਉੱਠ ਕੇ ਇਹ ਗੱਲ ਕਹੀ ਸੀਗੀ ਮਨਪ੍ਰੀਤ ਬਾਦਲ ਜੀ ਨੂੰ ਕਿ ਵੀ ਇਹਨੂੰ ਜਲਦਬਾਜ਼ੀ 'ਚ ਇਹਦੇ 'ਚ ਫੈਸਲਾ ਨਾ ਲਓ, ਇਹਨੂੰ ਸੋਚੋ, ਵਿਚਾਰੋ, ਇਹਨੂੰ ਪੜ੍ਹੋ ਚੰਗੀ ਤਰ੍ਹਾਂ, ਇਹਨੂੰ ਕੋਖੋ, ਇਹਦਾ ਸਾਨੂੰ ਨੁਕਸਾਨ ਹੋਣਾ ਸਟੇਟ ਦਾ। ਉਦੋਂ ਮਨਪ੍ਰੀਤ ਬਾਦਲ ਜੀ ਕਹਿੰਦੇ ਕਿ ਨਹੀਂ, ਇਹ ਤਾਂ ਬਹੁਤ ਵਧੀਆ ਹੈਗਾ, ਇਹ ਇਤਿਹਾਸਕ ਦਿਨ ਹੋਊਗਾ ਜੀ। ਅੱਛਾ, ਉਹੀ ਮਨਪ੍ਰੀਤ ਹੁਣ ਕਹਿ ਰਹੇ ਹੈਗੇ ਕਿ ਜੀ ਸਾਡੇ ਤਾਂ ਜੀ ਹੱਥ ਵੱਢੇ ਗਏ, ਸਾਡਾ ਤਾਂ ਸਾਰਾ ਲੁੱਟ ਕੇ ਸੈਂਟਰ ਲੈ ਗਿਆ ਜੀ, GST ਨਾਲ ਸਾਨੂੰ ਤਾਂ ਨੁਕਸਾਨ ਹੋ ਗਿਆ ਜੀ। ਠੀਕ ਹੈ ਨਾ। ਇਸ ਉਹ ਇਕੱਲਾ ਇਹ ਨਹੀਂ ਹੈਗਾ, ਹੋਰ ਬਹੁਤ ਸਾਰੇ ਚੀਜ਼ਾਂ ਹੈਗੀਆਂ ਜਿਹੜੀਆਂ ਸਾਰੀਆਂ ਸੈਂਟਰ ਖਿੱਚ ਕੇ ਲੈ ਕੇ ਜਾ ਰਿਹਾ। ਇਸ ਕਰਕੇ ਸੂਬਿਆਂ ਨੂੰ ਆਪਣੇ ਵੱਧ ਅਧਿਕਾਰਾਂ ਦੇ ਲਈ ਲੜਨਾ ਪੈਣਾ ਗਾ। ਸੋ ਲੋਕਾਂ ਨੂੰ ਇਹਦੇ ਬਾਰੇ ਵੀ, ਇਹ ਇਕੱਲਾ ਕਿਸਾਨੀ ਦਾ ਮਸਲਾ ਨਹੀਂ ਹੈ। ਇਹ ਜਦੋਂ ਤੁਸੀਂ ਇਹ ਡੂੰਘਾਈ ਨਾਲ ਤੁਸੀਂ ਇਹਨੂੰ ਘੋਖੋਗੇ, ਪੜੋਗੇ, ਹਰ ਵਪਾਰ ਦੇ ਉੱਤੇ, ਚਾਹੇ ਉਹ ਕਿਸਾਨੀ ਆ, ਚਾਹੇ ਉਹ ਦੁਕਾਨਦਾਰ ਆ, ਚਾਹੇ ਉਹ ਮੁਲਾਜ਼ਮ ਨੇ, ਸਾਰਿਆਂ ਦੇ ਹੱਕ ਹਕੂਕ ਨੇ। ਹੁਣ ਜਿਹੜੀ NRHM ਦੇ ਰਾਹੀਂ ਜਿੰਨੀ ਮੈਡੀਕਲ ਫੀਲਡ ਦੇ ਵਿੱਚ ਭਰਤੀਆਂ ਹੁੰਦੀਆਂ ਨੇ ਉਹ ਸਾਰੀਆਂ ਸੈਂਟਰ ਦੇ ਰਾਹੀਂ ਹੋ ਰਹੀਆਂ ਨੇਗੀਆਂ। ਤੇ ਹੁਣ ਬਿਜਲੀ ਦਾ ਜਿਹੜਾ ਹੈਗਾ ਉਹ ਵੀ ਸੈਂਟਰਲਾਈਜ਼ ਹੋ ਰਿਹਾ ਹੈਗਾ। ਇਹਦੇ ਨਾਲ ਹੁਣ ਬਿੱਲ ਪਾਸ ਹੋਣਾ ਹੈਗਾ ਜਿਹਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਿਜਲੀ ਦੇ ਇੱਕ ਰੇਟ ਹੋਣਗੇ। ਇਹ ਅਸਲ 'ਚ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਆ, ਚਾਹੇ ਉਹ ਸੂਬੇ ਦੀਆਂ ਸਰਕਾਰਾਂ ਨੇ, ਉਹਨਾਂ ਨੂੰ ਚਲਾ ਕੌਣ ਰਿਹਾ? ਉਹਨਾਂ ਨੂੰ ਚਲਾ ਰਹੇ ਨੇ ਕਾਰਪੋਰੇਟ ਘਰਾਣੇ। ਅਸਲ ਦੇ ਵਿੱਚ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਉਹ ਹੁਣ BJP ਦੀ ਸਰਕਾਰ ਆ, ਉਹਨਾਂ ਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਨੇਗੇ। ਉਹ ਕੁਝ ਕੁ 5-7 ਪਰਿਵਾਰ ਹੈਗੇ ਨੇ, ਵੱਡੇ ਘਰਾਣੇ ਹੈਗੇ ਨੇ ਜਿਹੜੇ ਚਲਾ ਰਹੇ ਨੇ। ਉਹ ਆਪਣੇ ਫਾਇਦੇ ਦੀਆਂ ਜਿਹੜੀਆਂ ਉਹ ਨੀਤੀਆਂ ਨੇ ਜਿਹੜੀਆਂ ਸਰਕਾਰਾਂ ਤੋਂ ਬਣਵਾ ਰਹੀਆਂ ਨੇਗੀਆਂ, ਤੇ ਉਹ ਉਹਨਾਂ ਦੇ ਹੱਥ ਟੋਕੇ ਬਣੇ ਹੋਏ ਨੇ। ਇਹੀ ਕਾਰਨ ਹੈ ਕਿ ਜਿਹੜੇ ਹੁਣ ਬਣਾਏ ਰਹੇ, ਇਹਦੇ ਕਿਸਾਨੀ ਦੇ ਨਾਲ ਨਾਲ ਇੱਕ ਲੇਬਰ ਕਾਨੂੰਨ ਵੀ ਪਾਸ ਹੋਇਆ। ਲੇਬਰ ਬਿੱਲ ਵੀ ਪਾਸ ਕਰਕੇ ਉਹਨਾਂ ਨੇ ਕਾਨੂੰਨ ਬਣਾਇਆ ਜਿਹਦੇ ਵਿੱਚ ਲੇਬਰ ਨੂੰ, ਹਜੇ ਤੱਕ ਮੈਂ ਤਾਂ ਹੈਰਾਨ ਆ, ਟ੍ਰੇਡ ਯੂਨੀਅਨਾਂ ਚੁੱਪ ਕਿਉਂ ਬੈਠੀਆਂ ਨੇ? ਇਹਦੇ ਤੇ ਮੂੰਹ ਕਿਉਂ ਬੰਦ ਆ ਉਹਨਾਂ ਦਾ? ਊਂ ਤਾਂ ਅਸੀਂ ਗੱਲ ਦੇ ਝੰਡੇ ਲੈ ਕੇ ਚੱਲਦੇ ਹਾਂ, ਤੇ ਅੱਜ ਜਦੋਂ ਐਡਾ ਵੱਡਾ ਨੁਕਸਾਨ ਹੋ ਰਿਹਾ ਲੇਬਰ ਦਾ, ਮਜ਼ਦੂਰਾਂ ਦੇ ਹੱਕ ਜਿਹੜੇ ਉਹਨਾਂ ਨੇ ਘਾਣ ਕਰਤਾ ਗਾ, ਤੇ ਉਹ ਉਹਦੇ ਤੇ ਚੁੱਪ ਕਿਉਂ ਨੇਗੇ? ਉਹ ਕਾਨੂੰਨ ਪਾਸ ਕੀਤਾ ਉਹਨਾਂ ਨੇ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਤੇ। ਤੇ ਜਿਹੜੀ 90 ਦਿਨ ਦੀ ਜਿਹੜੀ ਹੁੰਦੀ ਸੀਗੀ ਉਹਦੇ ਤੇ ਕੰਡੀਸ਼ਨ ਕਿ 90 ਦਿਨਾਂ ਬਾਅਦ ਉਹਨੂੰ ਕੋਈ ਕੱਢ ਨਹੀਂ ਸਕਦਾ, ਉਹ ਉਹਨਾਂ ਨੇ ਉਹ ਕਰਤਾ। ਬਿਨਾਂ ਨੋਟਿਸ ਜਦੋਂ ਮਰਜ਼ੀ ਤੁਹਾਨੂੰ ਕੋਈ ਕੱਢ ਸਕਦਾ ਹੈਗਾ ਗਾ। ਠੀਕ ਹੈ ਨਾ। ਔਰ ਜਿਹੜੇ ਹੋਰ ਬਹੁਤ ਸਾਰੀਆਂ ਗੱਲਾਂ ਨੇਗੀਆਂ, ਜਦੋਂ ਉਹ ਬਿੱਲ ਪੜ੍ਹੋਗੇ ਤਾਂ ਉਹਦੇ 'ਚ ਤੁਹਾਨੂੰ ਪਤਾ ਲੱਗੂਗਾ ਕਿ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਦਾ, ਜਿਹੜੇ ਲੋਕ ਕੰਟਰੈਕਟ 'ਤੇ ਫੈਕਟਰੀਆਂ ਦੇ ਵਿੱਚ ਕੋਈ ਹੋਰ ਥਾਵਾਂ 'ਤੇ ਕੰਮ ਕਰਦੇ ਨੇ, ਉਹਨਾਂ ਦੀ ਵੀ ਸੰਘੀ ਘੁੱਟ ਦਿੱਤੀ ਗਈ ਹੈਗੀ। ਅੱਜ ਲੋੜ ਆ ਲੋਕਾਂ ਨੂੰ ਜਾਗਣ ਦੀ, ਇਕੱਠੇ ਹੋਣ ਦੀ। ਇਸ ਕਰਕੇ ਮੈਂ ਕਹਿੰਦਾ ਕਿ ਵੀ ਇਹ ਸੈਂਟਰ ਦੇ ਨਾਲ ਨਾਲ ਸਾਨੂੰ ਸਟੇਟ ਦੇ ਵੱਧ ਅਧਿਕਾਰਾਂ ਦੇ ਲਈ ਜਿਹੜਾ ਉਹ ਲੜਨਾ ਪੈਣਾ ਗਾ। ਇਕੱਲਾ ਕਿਸਾਨੀ ਦਾ ਮਸਲਾ ਨਹੀਂ ਜਾਂ ਮਜ਼ਦੂਰਾਂ ਦਾ ਮਸਲਾ ਨਹੀਂ ਹੈਗਾ, ਇਹਦੇ 'ਚ ਸਾਰੇ ਹਰੇਕ ਪੰਜਾਬ ਦੇ ਵਸਿੰਦੇ ਦਾ ਮਸਲਾ ਹੈਗਾ। ਕਿਉਂਕਿ ਨੌਕਰੀਆਂ ਵੀ ਸੈਂਟਰ ਦੇ ਹੱਥ ਵਿੱਚ ਨੇਗੀਆਂ, ਖੇਤੀ ਦਾ ਵੀ, ਸਾਡੇ ਫਸਲਾਂ ਦੇ ਮੁੱਲਾਂ ਦਾ ਜਿਹੜਾ ਹੈਗਾ ਉਹ ਵੀ ਸੈਂਟਰ ਦੇ ਹੱਥ 'ਚ ਗਏ, ਸਾਡੀਆਂ ਨੌਕਰੀਆਂ ਵੀ ਸੈਂਟਰ ਦੇ, ਸਿਹਤ ਸਹੂਲਤਾਂ ਵੀ ਸੈਂਟਰ ਦੇ ਹੱਥ 'ਚ ਗਈਆਂ। ਸਾਡੇ ਪੰਜਾਬ ਦੀ ਸਟੇਟ ਗੌਰਮੈਂਟ ਦੇ ਪੱਲੇ ਕੀ ਰਹਿ ਗਿਆ ਹੈਗਾ?
ਤਾਂ ਸਾਨੂੰ ਇਹ ਜਾਗਣਾ ਪੈਣਾ। ਇਸ ਲਈ ਕਹਿਣਾ ਕਿ ਵੀ ਇਹ ਸਾਨੂੰ ਇਹਦੇ ਲਈ ਬਹੁਤ ਤਕੜੀ ਹੋ ਕੇ ਲੜਾਈ ਲੜਨੀ ਪੈਣੀ ਆ। ਰਾਜਨੀਤੀ ਤੋਂ, ਪਾਰਟੀਆਂ ਤੋਂ ਉੱਪਰ ਉੱਠ ਕੇ ਸਾਨੂੰ ਬਹੁਤ ਸਮਝਦਾਰੀ ਦੇ ਨਾਲ ਇੱਥੋਂ ਦੀ ਇੱਕ ਮਤਲਬ ਰੀਜਨਲ ਫੋਰਸ ਜਿਹੜਾ ਸਾਨੂੰ ਪੰਜਾਬ ਲੈਵਲ ਤੇ ਸਾਨੂੰ ਇੱਕ ਜਿਹੜਾ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ, ਲੋਕਾਂ ਨੂੰ ਜਿਹੜਾ ਪੰਜਾਬ ਦਾ ਭਲਾ ਚਾਹੁੰਦੇ ਨੇ। ਰੀਜਨਲ ਫੋਰਸ ਤੋਂ ਮਤਲਬ ਰੀਜਨਲ ਫੋਰਸ ਤੋਂ ਮਤਲਬ ਇਹੀ ਲਾ ਲਓ ਤੁਸੀਂ ਕਿ ਵੀ ਕੋਈ ਇਸ ਮਤਲਬ ਤਾਕਤ, ਕਿਉਂਕਿ ਪਹਿਲਾਂ ਜਿਹੜੀ ਸੀਗਾ ਕੋਈ ਸਮਾਂ ਸੀਗਾ ਜਦੋਂ ਅਕਾਲੀ ਦਲ ਇੱਕ ਰੀਜਨਲ ਪਾਰਟੀ ਸੀਗੀ, ਪੰਜਾਬ ਦੀ ਖੇਤਰੀ ਪਾਰਟੀ ਸੀ ਔਰ ਪੰਜਾਬ ਦੇ ਮਸਲਿਆਂ ਤੇ ਜਿਹੜੀ ਉਹ ਮੋਰਚੇ ਲਾਉਂਦੀ ਸੀ, ਪੰਜਾਬ ਦੇ ਹੱਕ ਹਕੂਕਾਂ ਦੇ ਲਈ ਲੜਦੀ ਸੀਗੀ। ਪਰ ਅੱਜ ਉਹ ਇੱਕ ਟੱਬਰ ਦੀ ਪਾਰਟੀ ਬਣ ਕੇ ਰਹਿ ਗਿਆ। ਸੋ ਉਹਨੇ ਸਾਰੇ ਆਪਣੇ ਨਿੱਜੀ ਹਿੱਤਾਂ ਦੇ ਲਈ, ਆਪਣੇ ਕਾਰੋਬਾਰ ਦੇ ਲਈ ਉਹਨੇ ਸਾਰੇ ਪੰਜਾਬ ਦੇ ਹੱਕ ਹਕੂਕਾਂ ਦੀ ਜਿਹੜੀ ਉਹ ਤਜੰਦਲੀ ਦੇ ਚੁੱਕੇ ਨੇਗੇ, ਉਹਨਾਂ ਦੀ ਬਲੀ ਦੇਤੀ ਹੈ ਉਹਨਾਂ ਨੇ। ਸੋ ਅੱਜ ਪੰਜਾਬ ਨੂੰ ਰੀਜਨਲ ਫੋਰਸ, ਖੇਤਰੀ ਪਾਰਟੀ ਦੀ ਲੋੜ ਆ ਜਿਹੜੀ ਪੰਜਾਬ, ਕਿਉਂਕਿ ਰਾਜਨੀਤੀ ਦੇ ਬਿਨਾਂ ਜਿਹੜਾ ਤੁਸੀਂ ਕੋਈ ਵੀ ਤੁਸੀਂ ਆਪਣਾ ਨਹੀਂ ਸੈੱਟ ਕਰ ਸਕਦੇ, ਨਾ ਤੁਸੀਂ ਆਪਣੇ ਫਸਲਾਂ ਦੇ ਮੁੱਲ, ਨਾ ਆਪਣੇ ਰੁਜ਼ਗਾਰ ਦੇ, ਨਾ ਆਪਣੀਆਂ ਸਿਹਤ ਸਹੂਲਤਾਂ ਦਾ, ਨਾ ਐਜੂਕੇਸ਼ਨ ਸਿਸਟਮ ਤੁਸੀਂ ਸੁਧਾਰ ਸਕਦੇ ਹੋਗੇ, ਠੀਕ ਹੈ ਨਾ। ਸੋ ਜਿੰਨੀ ਦੇਰ ਤੱਕ ਤੁਹਾਡੇ ਕੋਈ ਰੀਜਨਲ ਤੁਹਾਡੀ ਫੋਰਸ, ਤੁਸੀਂ ਰੀਜਨਲ ਪਾਰਟੀ, ਰੀਜਨਲ ਰਾਜਨੀਤਿਕ ਇੱਕ ਵਧੀਆ ਪਲੇਟਫਾਰਮ ਨਹੀਂ ਤਿਆਰ ਕਰਦੇ ਹੈਗੇ, ਉਨੀ ਦੇਰ ਤੁਸੀਂ ਪੰਜਾਬ ਦਾ ਸੁਧਾਰ ਨਹੀਂ ਕਰ ਸਕਦੇ। ਕਿਹਦੇ ਲਈ ਲੜੋਗੇ?